ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਐਰੇਜ਼ ਦੇ ਤਿੰਨ ਸਵਾਲ ਕਰਾਂਗੇ। ਰਿਮੂਵ ਐਲੀਮੈਂਟਸ, ਰਿਮੂਵ ਡੁਪਲੀਕੇਟਸ ਫਰੋਮ ਸੌਰਟਡ ਐਰੇ ਔਰ ਰਿਮੂਵ ਡੁਪਲੀਕੇਟਸ ਫਰੋਮ ਸੌਰਟਡ ਐਰੇ 2। ਤੇ ਇਹ ਸਵਾਲ ਮੈਂ ਤਿੰਨੋਂ ਇਕੱਠੇ ਇਸ ਲਈ ਲਿੱਤੇ ਨੇ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਐਰੇ ਵਿੱਚੋਂ ਕੁਝ ਐਲੀਮੈਂਟਸ ਰਿਮੂਵ ਕਰਨੇ ਨੇ ਔਰ ਇਨ ਪਲੇਸ ਰਿਮੂਵ ਕਰਨੇ ਨੇ। ਠੀਕ ਹੈ, ਇਨ ਪਲੇਸ ਮਤਲਬ ਆਪਾਂ ਨੂੰ ਨਵਾਂ ਐਰੇ ਨਹੀਂ ਬਣਾਉਣਾ ਹੈ, ਉਹੀ ਐਰੇ ਦੇ ਅੰਦਰ ਰਿਮੂਵ ਕਰਨ ਦੇ ਬਾਅਦ ਐਰੇ ਨੂੰ ਮੋਡੀਫਾਈ ਕਰਨਾ ਹੈ ਔਰ ਨਵਾਂ ਸਾਈਜ਼ ਰਿਟਰਨ ਕਰਨਾ ਹੈ। ਤੇ ਇਹ ਕਾਮਨ ਪੈਟਰਨ ਹੈ ਤਿੰਨੋਂ ਸਵਾਲਾਂ ਵਿੱਚ, ਇਸ ਲਈ ਮੈਂ ਤਿੰਨੋਂ ਸਵਾਲ ਇਕੱਠੇ ਲੈ ਰਿਹਾ। ਇਹ ਵੀਡੀਓ ਥੋੜਾ ਜਿਹਾ ਲੰਬਾ ਹੋ ਸਕਦਾ ਹੈ, ਪਰ ਤੁਸੀਂ ਮਤਲਬ ਆਪਣੇ ਹਿਸਾਬ ਨਾਲ ਵੇਖ ਲੈਣਾ ਕਿ ਜੇ ਤੁਸੀਂ ਪਹਿਲੇ ਦੇ ਸਵਾਲ ਕੀਤੇ ਨੇ ਔਰ ਤੁਹਾਨੂੰ ਸਿਰਫ ਰਿਮੂਵ ਡੁਪਲੀਕੇਟਸ ਫਰੋਮ ਸੌਰਟਡ ਐਰੇ 2 ਵੇਖਣਾ ਹੈ ਜਾਂ ਰਿਮੂਵ ਡੁਪਲੀਕੇਟਸ ਫਰੋਮ ਸੌਰਟਡ ਐਰੇ ਵੇਖਣਾ ਹੈ ਤਾਂ ਤੁਸੀਂ ਉਸ ਸੈਕਸ਼ਨ ਤੇ ਜੰਪ ਕਰ ਸਕਦੇ ਹੋ। ਤੇ ਪਹਿਲੇ ਆਪਾਂ ਸਟਾਰਟ ਕਰਦੇ ਹਾਂ ਰਿਮੂਵ ਐਲੀਮੈਂਟਸ ਤੋਂ। ਤੇ ਗਿਵਨ ਐਨ ਇੰਟੀਜਰ ਐਰੇ ਨਮਸ and an integer val, remove all occurrences of val in nums in place। मतलब ਆਪਾਂ ਨੂੰ nums ਇੱਕ ਐਰੇ ਦਿੱਤਾ ਹੋਇਆ ਹੈ, ਠੀਕ ਹੈ, ਔਰ ਉਹਦੇ ਨਾਲ ਇੱਕ val ਇੱਕ ਪੈਰਾਮੀਟਰ ਹੋਰ ਦਿੱਤਾ ਹੈ ਉਸ ਫੰਕਸ਼ਨ ਵਿੱਚ, ਤੇ ਆਪਾਂ ਨੂੰ ਉਹ val ਦੇ ਬਰਾਬਰ ਜਿੰਨੇ ਵੀ ਐਲੀਮੈਂਟਸ ਨੇ ਉਹ ਸਾਰੇ ਰਿਮੂਵ ਕਰਨੇ ਨੇ। ਮਤਲਬ ਜੇ ਆਪਾਂ ਨੂੰ 1 2 2 1 ਇਸ ਤਰ੍ਹਾਂ ਦਿੱਤਾ ਹੋਇਆ ਹੈ, ਠੀਕ ਹੈ, ਔਰ ਆਪਾਂ ਨੂੰ ਲੈਟਸ ਸੇ ਕਿ val ਦੀ ਵੈਲਿਊ ਇੱਥੇ 1 ਦਿੱਤੀ ਹੋਈ ਹੈ, ਤੇ ਜਿਹੜਾ ਨਵਾਂ ਐਰੇ ਬਣੇਗਾ ਉਹਦੇ ਵਿੱਚ 1 ਨਹੀਂ ਆਉਣਾ ਚਾਹੀਦਾ ਹੈ। ਤੇ 1 ਨਹੀਂ ਆਏਗਾ ਤੇ ਕੀ ਆਏਗਾ, ਪਹਿਲੇ 2 ਫਿਰ 2 ਔਰ ਇੱਧਰ ਕੁਝ ਵੀ ਹੋ ਸਕਦਾ ਹੈ, ਆਪਾਂ ਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ। ਤੇ ਜਿਹੜਾ ਇਹ ਰਿਮੂਵ ਕਰਨ ਦੇ ਬਾਅਦ ਨਵਾਂ ਸਾਈਜ਼ ਹੈ, ਠੀਕ ਹੈ, ਉਹਨੂੰ ਇਹ ਕਹਿ ਰਹੇ ਨੇ ਕਿ ਕੰਸੀਡਰ ਦ ਨੰਬਰ ਆਫ ਐਲੀਮੈਂਟਸ ਇਨ ਨਮਸ ਵਿਚ ਆਰ ਨਾਟ ਇਕੁਅਲ ਟੂ ਵੈਲ ਬੀ ਕੇ। ਠੀਕ ਹੈ, ਤੇ ਇਹ ਕੇ ਜਿਹੜਾ ਹੈ ਉਹ ਆਪਾਂ ਨੂੰ ਰਿਟਰਨ ਕਰਨਾ ਹੈ। Change the array nums such that the first k elements of nums contain elements which are not equal to val। ਤੇ ਮਤਲਬ ਚੇਂਜ ਐਰੇ ਨੂੰ ਇਸ ਤਰੀਕੇ ਨਾਲ ਕਰਨਾ ਹੈ ਕਿ ਜਿਹੜੇ ਫਰਸਟ k ਐਲੀਮੈਂਟਸ ਨੇ ਐਰੇ ਦੇ ਉਹ ਵੈਲ ਦੇ ਬਰਾਬਰ ਨਹੀਂ ਹੈ, ਮਤਲਬ ਇੱਥੇ 1 ਦੇ ਬਰਾਬਰ ਨਹੀਂ ਹੈ, ਠੀਕ ਹੈ, ਤੇ ਇੱਥੇ 2 2 ਜਿਹੜੇ ਆਏ ਉਹ ਇੱਧਰ ਆ ਗਏ। ਹੁਣ ਜਿਵੇਂ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ, 0 1 2 4 5 0 6 7 0, ਠੀਕ ਹੈ, ਔਰ ਲੈਟ ਸੇ ਕਿ ਇਹਦੇ ਵਿੱਚ ਵੈਲ ਆਪਾਂ ਨੂੰ 0 ਦਿੱਤਾ ਸੀਗਾ, ਤੇ ਇਹ ਕੀ ਬਣ ਜਾਏਗਾ 1 2 4 5 6 ਤੇ 7, ਤੇ 1 2 3 4 5 6, ਮਤਲਬ ਹੈ 1 2 4 5 6 7, ਤੇ ਇਹ 6 ਦਾ ਕੇ ਰਹੇਗਾ ਔਰ ਫਸਟ ਕੇ ਐਲੀਮੈਂਟਸ ਜਿਹੜੇ ਨੇ ਉਹ ਮਤਲਬ 0 ਦੇ ਬਰਾਬਰ ਨਹੀਂ ਹੈਗੇ, ਤੇ ਆਪਾਂ ਨੂੰ 6 ਰਿਟਰਨ ਕਰਨਾ ਹੈ, ਠੀਕ ਹੈ, ਰਿਟਰਨ ਕੇ। ਹੁਣ ਮੈਂ ਕਹਾਂਗਾ ਪਹਿਲੇ ਤੁਸੀਂ ਇਹ ਵੀਡੀਓ ਪੌਜ਼ ਕਰਕੇ ਥੋੜ੍ਹਾ ਆਪੇ ਟਰਾਈ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਥੋੜ੍ਹੇ ਡਾਊਟ ਲੱਗਦੇ ਨੇ ਤਾਂ ਫਿਰ ਤੁਸੀਂ ਇਹ ਵੀਡੀਓ ਅੱਗੇ ਵੇਖ ਲੈਣਾ, ਔਰ ਜਾਂ ਫਿਰ ਅੱਗੇ ਵੇਖਣ ਦੇ ਬਾਅਦ ਵੀ ਕੋਡ ਵਾਲੇ ਸੈਕਸ਼ਨ ਵਿੱਚ ਪੌਜ਼ ਕਰਕੇ ਕੋਡ ਆਪੇ ਲਿਖ ਲੈਣਾ, ਠੀਕ ਹੈ, ਕਿਉਂਕਿ ਇਹਦੇ ਵਿੱਚ ਕਰਨਾ ਕੁਝ ਵੀ ਨਹੀਂ ਹੈ। ਜੇ ਮਤਲਬ ਆਪਾਂ ਨੂੰ ਐਰੇ ਤੇ ਆਈਟਰੇਟ ਕਰਨਾ ਹੈ, ਠੀਕ ਹੈ, ਔਰ ਜੇ ਉਹ ਵੈਲਿਊ ਬਰਾਬਰ ਨਹੀਂ ਹੈਗੀ ਤਾਂ ਉਹਨੂੰ ਨਹੀਂ ਲਿਖਣਾ, ਔਰ ਜੇ ਵੈਲਿਊ ਬਰਾਬਰ ਨਹੀਂ ਹੈ ਤਾਂ ਉਹਨੂੰ ਐਰੇ ਦੇ ਵਿੱਚ ਲਿਖਤੇ ਜਾਣਾ ਹੈ, ਔਰ ਲਿਖਣ ਦੇ ਲਈ ਇੱਕ ਇੰਡੈਕਸ ਮਤਲਬ ਮੇਨਟੇਨ ਕਰਕੇ ਚੱਲਣਾ ਹੈ। ਹੁਣ ਆਪਾਂ ਸ਼ੁਰੂ ਕਰਦੇ ਹਾਂ, ਤੇ ਲੈਟਸ ਸੇ ਕਿ ਇੰਡੈਕਸ ਆਪਾਂ ਜਿਹੜਾ ਕਹਿ ਰਹੇ ਸੀਗੇ ਕਿ ਇੰਡੈਕਸ 'ਤੇ ਲਿਖਣਾ ਹੈ, ਤੇ ਆਪਾਂ ਪਹਿਲੇ ਤੇ ਇੰਡੈਕਸ 0 ਤੋਂ ਸ਼ੁਰੂ ਕਰਨਾ ਲਿਖਣਾ, ਤੇ ਆਪਾਂ i0 ਲੈ ਲਿਆ, ਠੀਕ ਹੈ, ਔਰ ਫਿਰ ਆਪਾਂ ਉਸ ਐਰੇ ਤੇ ਆਈਟਰੇਟ ਕਰਨਾ ਹੈ, ਤੇ ਆਪਾਂ ਨੂੰ ਸਾਰੇ ਹੀ ਐਲੀਮੈਂਟਸ 'ਤੇ ਆਈਟਰੇਟ ਕਰਨਾ ਹੈ, ਤੇ ਆਪਾਂ ਇਹ ਵਾਲਾ ਫੋਰ ਲੂਪ ਯੂਜ਼ ਕਰ ਲਾਂਗੇ, ਠੀਕ ਹੈ, ਫੋਰ ਈਚ ਵਾਲਾ। ਤੇ ਹੁਣ ਇਹ ਕੀ ਕਰੇਗਾ, ਨਮਸ ਦੇ ਸਾਰੇ ਐਲੀਮੈਂਟਸ 'ਤੇ ਆਈਟਰੇਟ ਕਰੇਗਾ, ਔਰ ਆਪਣੀ ਕੰਡੀਸ਼ਨ ਕੀ ਹੈਗੀ ਹੈ, ਜਦੋਂ ਉਹ n ਜਿਹੜਾ ਹੈ ਉਹ ਵੈਲਿਊ ਦੇ ਬਰਾਬਰ ਨਾ ਹੋਵੇ, ਨਾਟ ਇਕੁਅਲ ਟੂ ਵੈਲਿਊ, ਤਾਂ ਨਮਸ ਆਫ i, ਇੱਥੇ ਆਪਾਂ i ਪਲੱਸ ਪਲੱਸ ਵੀ ਲਿਖ ਸਕਦੇ ਹਾਂ, ਮਤਲਬ i ਤੇ ਉਹਨੂੰ ਸੈੱਟ ਕਰ ਦਿੱਤਾ ਔਰ ਫਿਰ i ਨੂੰ ਇਨਕਰੀਮੈਂਟ ਕਰ ਦਿੱਤਾ, ਇਜ਼ ਇਕੁਅਲ ਟੂ n। ਬਸ ਇਹੀ ਇਹਦਾ ਕੋਡ ਹੈ, ਇਹੀ ਇਹਦਾ ਲੌਜਿਕ ਹੈ, ਔਰ ਫਿਰ ਇੱਥੇ ਆਪਾਂ ਨੂੰ ਰਿਟਰਨ i ਕਰਨਾ ਹੈ, ਠੀਕ ਹੈ, ਮਤਲਬ i ਜਿਹੜੇ ਹੋਣਗੇ ਉਹ ਪਹਿਲੇ ਐਲੀਮੈਂਟਸ ਹੋਣਗੇ ਜਿਹਦੇ ਵਿੱਚ ਵੈਲਿਊ ਵੈਲ ਦੇ ਬਰਾਬਰ ਨਹੀਂ ਹੈ। ਹੁਣ ਆਪਾਂ ਇਹਦਾ ਕੋਡ ਵੇਖ ਲੈਂਦੇ ਹਾਂ, ਕੋਡ ਨਾਲ ਮੇਰੇ ਖਿਆਲ ਹੋਰ ਸਮਝ ਆ ਜਾਏਗਾ। ਤੇ ਕੋਡ ਦੇ ਵਿੱਚ ਆਪਾਂ ਕਿਹਾ ਸੀਗਾ ਕਿ ਇੰਟ i ਇਜ਼ ਇਕੁਅਲ ਟੂ 0 ਆਪਾਂ ਸ਼ੁਰੂ ਕਰ ਰਹੇ ਹਾਂ, ਠੀਕ ਹੈ, ਔਰ ਫॉर int n colon nums if
n इज़ नॉट इक्वल टू ਵੈਲ ਹੈ ਨਾ, ਇਹ ਆਪਾਂ ਕੰਡੀਸ਼ਨ ਲਈ ਸੀਗੀ। ਤੇ ਆਪਾਂ ਕੀ ਕਰਨਾ ਹੈ, ਨਮਸ ਆਫ i ਪਲਸ ਪਲਸ ਇਜ਼ ਇਕੁਅਲ ਟੂ n, ਔਰ ਇੱਥੇ ਆਪਾਂ ਨੂੰ ਰਿਟਰਨ i ਕਰਨਾ ਹੈ। ਠੀਕ ਹੈ, ਇਹ ਚੱਲ ਰਿਹਾ ਹੈ। ਤੇ ਹੁਣ ਇਹਨੂੰ ਹੀ ਮਤਲਬ ਤੁਸੀਂ ਬੇਸ ਬਣਾ ਕੇ ਰਿਮੂਵ ਡੁਪਲੀਕੇਟਸ ਫਰੋਮ ਸੌਰਟਡ ਐਰੇ ਆਪ ਕੋਸ਼ਿਸ਼ ਕਰੋ, ਤੇ ਆਪਾਂ ਅੱਗੇ ਵੇਖਦੇ ਹਾਂ ਰਿਮੂਵ ਡੁਪਲੀਕੇਟਸ ਫਰੋਮ ਸੌਰਟਡ ਐਰੇ ਕਿਸ ਤਰ੍ਹਾਂ ਕਰਨਾ ਹੈ। ਹੁਣ ਜਿਵੇਂ ਮੈਂ ਕਿਹਾ ਸੀ, ਰਿਮੂਵ ਡੁਪਲੀਕੇਟਸ ਫਰੋਮ ਸੌਰਟਡ ਐਰੇ ਵੀ ਇਨ ਪਲੇਸ ਕਰਨਾ ਹੈ। ਤੇ ਇੱਥੇ ਕੀ ਹੈ, ਇਨਕਰੀਜ਼ਿੰਗ ਆਰਡਰ ਵਿੱਚ ਇੱਕ ਸੌਰਟਡ ਐਰੇ ਦਿੱਤਾ ਹੋਇਆ ਹੈ ਜਿਹਦੇ ਵਿੱਚ ਡੁਪਲੀਕੇਟਸ ਹੋ ਸਕਦੇ ਨੇ। ਤੇ ਆਪਾਂ ਨੂੰ ਐਦਾਂ ਉਹਨੂੰ ਮਤਲਬ ਐਰੇ ਨੂੰ ਮੋਡੀਫਾਈ ਕਰਨਾ ਹੈ ਸੱਚ ਦੈਟ ਈਚ ਯੂਨੀਕ ਐਲੀਮੈਂਟ ਅਪੀਅਰਸ ਓਨਲੀ ਵਨਸ। ਮਤਲਬ ਜੇ ਆਪਾਂ ਨੂੰ ਦਿੱਤਾ ਹੈ ਐਰੇ 1 1 2 3 3 4 5 5, ਠੀਕ ਹੈ, ਤੇ ਆਪਾਂ ਨੂੰ ਇਹਦੇ ਵਿੱਚੋਂ ਸਾਰੇ ਡੁਪਲੀਕੇਟਸ ਰਿਮੂਵ ਕਰਨੇ ਨੇ। ਮਤਲਬ ਇਹ ਐਰੇ ਬਣ ਜਾਏਗਾ 1 2 3 4 5, ਔਰ ਇੱਥੇ ਬਾਅਦ ਵਿੱਚ ਕੁਝ ਵੀ ਆ ਰਿਹਾ ਹੈ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਆਪਾਂ ਨੂੰ ਜਿਹੜੇ ਕੇ ਯੂਨੀਕ ਐਲੀਮੈਂਟਸ ਨੇ, ਠੀਕ ਹੈ, ਜਿਹੜੇ ਯੂਨੀਕ ਐਲੀਮੈਂਟਸ ਨੇ ਉਹ ਕੇ ਨੇ, ਤੇ ਆਪਾਂ ਨੂੰ ਕੇ ਉਹਦਾ ਸਾਈਜ਼ ਰਿਟਰਨ ਕਰਨਾ ਹੈ। ਤੇ ਇੱਥੇ 5 ਉਹਦਾ ਸਾਈਜ਼ ਹੈ, ਤੇ ਆਪਾਂ ਨੂੰ ਇੱਥੇ 5 ਆਪਣੇ ਫੰਕਸ਼ਨ ਤੋਂ ਰਿਟਰਨ ਕਰਨਾ ਹੈ। ਤੇ ਹੁਣ ਜਿੱਦਾਂ ਆਪਾਂ ਰਿਮੂਵ ਐਲੀਮੈਂਟਸ ਕੀਤਾ ਸੀਗਾ, ਇਹਦੇ ਵਿੱਚ ਵੀ ਸੇਮ ਲੌਜਿਕ ਹੈ। ਮਤਲਬ ਆਪਾਂ i ਇਜ਼ ਇਕੁਅਲ ਟੂ 0 ਲਵਾਂਗੇ, ਠੀਕ ਹੈ, ਐਰੇ ਦੇ ਸਾਰੇ ਐਲੀਮੈਂਟਸ ਤੇ ਆਈਟਰੇਟ ਕਰਾਂਗੇ। ਮਤਲਬ ਫॉर int n ਕੋਲਨ ਨਮਸ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਜੇ ਤਾਂ i ਅਗਰ 0 ਹੈ ਤਾਂ ਆਪਾਂ ਨੂੰ ਉਹ ਲਿਖਣਾ ਹੀ ਹੈ, ਕਿਉਂਕਿ ਪਹਿਲਾ ਐਲੀਮੈਂਟ ਜਿਹੜਾ ਹੈ ਉਹ ਡੁਪਲੀਕੇਟ ਉਹਦਾ ਅੱਗੇ ਆ ਵੀ ਰਿਹਾ ਹੈ ਤਾਂ ਵੀ ਉਹਨੂੰ ਇੱਕ ਵਾਰੀ ਤੇ ਲਿਖਣਾ ਹੀ ਹੈ। ਠੀਕ ਹੈ, ਯੂਨੀਕ ਐਲੀਮੈਂਟ ਮਤਲਬ ਉਹ ਇੱਕ ਵਾਰੀ ਤੇ ਆਏਗਾ ਹੀ। ਜਾਂ ਫਿਰ ਅਗਰ ਨਮਸ ਆਫ i ਮਾਈਨਸ 1, ਮਤਲਬ ਜਿੱਥੇ ਤੱਕ ਆਪਾਂ ਲਿਖ ਚੁੱਕੇ ਹਾਂ ਉਹ ਪਿਛਲਾ ਐਲੀਮੈਂਟ ਅਗਰ ਬਰਾਬਰ ਨਹੀਂ ਹੈ n ਦੇ ਤਾਂ ਉਹਨੂੰ ਲਿਖਣਾ ਹੈ। ਮਤਲਬ ਇਹ ਗੱਲ ਆਪਾਂ ਹੋਰ ਥੋੜਾ ਕੋਡ ਨਾਲ ਵੀ ਸਮਝਦੇ ਹਾਂ। ਮਤਲਬ ਮੈਂ ਇਹ ਲਿਖਣ ਦੀ ਕੋਸ਼ਿਸ਼ ਕਰ ਰਿਹਾ ਕਿ ਆਪਾਂ ਕਦੋਂ ਕਦੋਂ ਉਸ ਐਲੀਮੈਂਟ ਨੂੰ ਐਰੇ ਵਿੱਚ ਲਿਖਦੇ ਜਾਣਾ ਹੈ। ਤੇ ਆਪਾਂ i ਨੂੰ 0 ਤੋਂ ਸ਼ੁਰੂ ਕੀਤਾ, ਜੇ ਤਾਂ i 0 ਹੈ, ਠੀਕ ਹੈ, ਤਾਂ ਉਹ ਲਿਖਣਾ ਹੈ। ਮਤਲਬ ਨਮਸ ਆਫ i ਪਲਸ ਪਲਸ ਇਜ਼ ਇਕੁਅਲ ਟੂ n। ਔਰ ਜੇ ਉਹਦਾ ਪਿਛਲਾ ਐਲੀਮੈਂਟ ਜਿੱਥੇ ਤੱਕ ਆਪਾਂ ਲਿਖ ਚੁੱਕੇ ਸੀਗੇ, ਮਤਲਬ ਜਿਵੇਂ ਆਪਾਂ ਇੱਥੇ 1 ਲਿਖ ਲਿਆ, ਹੁਣ ਪਿਛਲਾ ਐਲੀਮੈਂਟ 1 ਹੈ, i ਦੀ ਵੈਲਿਊ 1 ਹੋ ਗਈ ਹੈ, ਤੇ ਪਿਛਲਾ ਐਲੀਮੈਂਟ 0 ਤੇ 1 ਹੈ। ਜੇ ਤਾਂ ਉਹ ਬਰਾਬਰ ਨਹੀਂ ਹੈ, ਹੁਣ 1 ਬਰਾਬਰ ਹੈ ਤੇ ਇੱਧਰ ਨਹੀਂ ਲਿਖਣਾ, ਇਹ 2 ਆਇਆ, 2 1 ਦੇ ਬਰਾਬਰ ਨਹੀਂ ਹੈ ਤਾਂ ਉਹ 2 ਨੂੰ ਇਹਦੇ ਵਿੱਚ ਲਿਖੇਗਾ। ਠੀਕ ਹੈ, ਤੇ ਇਹੀ ਇਹਦਾ ਕੋਡ ਹੈ, ਬਸ ਇੰਨਾ ਹੀ ਕੋਡ ਹੈ। ਤੇ ਹੁਣ ਇਹ ਫॉर ਲੂਪ ਕਲੋਜ਼ ਹੋ ਗਿਆ, ਤੇ ਇੱਥੇ ਆਪਾਂ ਰਿਟਰਨ i ਕਰ ਦਾਂਗੇ। ਇਹਨੂੰ ਆਪਾਂ ਕੋਡ ਦੇ ਨਾਲ ਥੋੜਾ ਹੋਰ ਸੌਖਾ ਕੋਸ਼ਿਸ਼ ਕਰਦੇ ਹਾਂ। ਜਿਵੇਂ ਮੈਂ ਕਿਹਾ ਸੀਗਾ int i ਇਜ਼ ਇਕੁਅਲ ਟੂ 0, ਮਤਲਬ ਇੱਥੋਂ ਆਪਾਂ ਸ਼ੁਰੂ ਕਰਨਾ ਹੈ ਐਰੇ 'ਚ ਲਿਖਣਾ। ਠੀਕ ਹੈ, ਹੁਣ ਆਪਾਂ ਹਰ ਇੱਕ ਐਲੀਮੈਂਟ ਤੇ ਆਈਟਰੇਟ ਕਰਨਾ ਹੈ ਫॉर int n ਕੋਲਨ ਨਮਸ। ਠੀਕ ਹੈ, ਆਪਣੀ ਕੰਡੀਸ਼ਨ ਕੀ ਸੀਗੀ, ਇਫ i ਇਜ਼ ਇਕੁਅਲ ਟੂ 0, ਮਤਲਬ ਪਹਿਲਾ ਐਲੀਮੈਂਟ ਤੇ ਲਿਖਣਾ ਹੀ ਹੈ, ਜਾਂ ਫਿਰ ਪਿਛਲਾ ਐਲੀਮੈਂਟ ਜਿਹੜਾ ਹੈ ਉਹ n ਦੇ ਬਰਾਬਰ ਨਹੀਂ ਹੈ, ਤਾਂ ਆਪਾਂ ਕੀ ਕਰਾਂਗੇ, ਨਮਸ ਆਫ i ਪਲਸ ਪਲਸ ਇਜ਼ ਇਕੁਅਲ ਟੂ n। i ਪਲਸ ਪਲਸ ਇੱਥੇ ਪੋਸਟ ਇਨਕਰੀਮੈਂਟ ਆਪਰੇਟਰ ਹੋ ਗਿਆ। ਠੀਕ ਹੈ, ਤੇ ਇੱਧਰ ਹੁਣ ਇੱਦਾਂ i ਰਿਟਰਨ ਕਰ ਦਾਂਗੇ, ਤੇ ਇਹ ਇਹਦਾ ਕੋਡ ਹੋ ਗਿਆ। ਹੁਣ ਆਪਾਂ ਚਲਾ ਕੇ ਵੇਖ ਲੈਂਦੇ ਹਾਂ, ऐसा ही चल रहा है। ठीक है, तो ਹੁਣ ਇੱਦਾਂ ਹੀ ਆਪਾਂ ਨੂੰ ਰਿਮੂਵ ਡੁਪਲੀਕੇਟਸ ਫਰੋਮ ਸੌਰਟਡ ਐਰੇ 2 ਕਰਨਾ ਹੈ। ਤੇ ਹੁਣ ਰਿਮੂਵ ਡੁਪਲੀਕੇਟਸ ਫਰੋਮ ਸੌਰਟਡ ਐਰੇ 2 ਵਿੱਚ ਆਪਾਂ ਨੂੰ ਇਨ ਪਲੇਸ ਹੀ ਐਰੇ ਨੂੰ ਮੋਡੀਫਾਈ ਕਰਨਾ ਹੈ। ਠੀਕ ਹੈ, ਔਰ ਜੇ ਮਤਲਬ ਐਰੇ ਦਾ ਐਲੀਮੈਂਟ ਵੱਧ ਤੋਂ ਵੱਧ ਸਿਰਫ 2 ਵਾਰੀ ਆਉਣਾ ਚਾਹੀਦਾ ਹੈ। ਮਤਲਬ ਯੂਨੀਕ ਐਲੀਮੈਂਟਸ ਜਿਹੜੇ ਨੇ ਉਹ ਵੱਧ ਤੋਂ ਵੱਧ 2 ਵਾਰੀ ਐਰੇ ਦੇ ਅੰਦਰ ਆਉਣੇ ਚਾਹੀਦੇ ਨੇ। ਜੇ ਇੱਕ ਵਾਰੀ ਹੈ ਤਾਂ ਕੋਈ ਦਿੱਕਤ ਨਹੀਂ ਹੈ, ਮਤਲਬ ਜੇ ਉਹ ਇੱਕ ਵਾਰੀ ਆਇਆ ਤਾਂ ਕੋਈ ਪ੍ਰੋਬਲਮ ਨਹੀਂ ਹੈ। ਮਤਲਬ ਜਿਵੇਂ ਮੈਂ ਐਗਜ਼ਾਮਪਲ ਨਾਲ ਸਮਝਾਉਂਦਾ, ਜਿਵੇਂ ਲੈਟਸ ਸੇ ਆਪਣੇ ਕੋਲ ਐਰੇ ਹੈਗਾ 1 1 1 1 1 4 ਵਾਰੀ ਆ ਗਿਆ। ਠੀਕ ਹੈ,
2 2 3 ਫਿਰ 4 4 4। ਇਹਦੇ ਵਿੱਚ ਐਰੇ ਮੋਡੀਫਾਈ ਹੋ ਕੇ ਕੀ ਬਣ ਜਾਏਗਾ 1 1। ਠੀਕ ਹੈ, ਇਹ 2 1 ਆ ਗਏ, ਹੁਣ ਇਹ 1 ਨਹੀਂ ਆਏ। ਠੀਕ ਹੈ, ਫਿਰ 2 2 मतलब 2 भी 2 ਵਾਰੀ ਆ ਸਕਦਾ ਹੈ। ਫਿਰ 3 ਇੱਕੋ ਹੀ ਹੈ ਤਾਂ 3 ਇੱਕੋ ਵਾਰੀ ਆਏਗਾ। ਫਿਰ 4 3 ਵਾਰੀ ਹੈ ਤੇ 4 2 ਵਾਰੀ ਆਏਗਾ। ਠੀਕ ਹੈ, ਇਹ मतलब ਇਹਦੇ ਵਿੱਚ ਵੀ ਕੇ ਸਾਈਜ਼ ਹੀ ਰਿਟਰਨ ਕਰਨਾ ਹੈ। ਤੇ ਹੁਣ ਇਹਦੇ ਵਿੱਚ 2 2 4 1 5 ਔਰ 2 7 ਤੇ 7 ਇਹਦੇ ਵਿੱਚੋਂ ਸਾਈਜ਼ ਇਹਦਾ ਰਿਟਰਨ ਕਰਨਾ ਹੈ ਮੋਡੀਫਾਈ ਕਰਨ ਦੇ ਬਾਅਦ। ਤੇ ਹੁਣ ਇਹਨੂੰ ਕਰਨ ਦਾ ਵੀ ਤਰੀਕਾ ਆਲਮੋਸਟ ਸੇਮ ਹੈ, ਬਸ ਥੋੜਾ ਜਿਹਾ ਇਫ ਕੰਡੀਸ਼ਨ ਚੇਂਜ ਹੋਏਗੀ। ਤੇ ਜੇ ਤੁਸੀਂ ਪਹਿਲੇ 2 ਸਵਾਲ ਬਣਾਏ ਨੇ ਤਾਂ ਇਹ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਆਪੇ ਬਣਾ ਸਕਦੇ ਹੋ। ਔਰ ਜੇ ਹਾਲੇ ਤੱਕ ਤੁਹਾਨੂੰ ਲੱਗ ਰਿਹਾ ਹੈ ਕਿ ਮੈਂ ਕਹਿੰਦਾ ਕਿ ਤੁਸੀਂ ਪੌਜ਼ ਕਰੋ ਹੈ ਨਾ, ਆਪ ਕਰੋ, ਜੇ ਤੁਹਾਡੇ ਤੋਂ ਨਹੀਂ ਬਣ ਰਿਹਾ ਤਾਂ ਨਰਵਸ ਹੋਣ ਦੀ ਕੋਈ ਲੋੜ ਨਹੀਂ ਹੈ। ਜਦੋਂ ਮੈਂ ਵੀ ਕੋਡਿੰਗ ਸ਼ੁਰੂ ਕੀਤੀ ਸੀ, ਪ੍ਰੋਬਲਮ ਸੋਲਵਿੰਗ ਸ਼ੁਰੂ ਕੀਤੀ ਸੀ, ਇਹ ਸਵਾਲ ਮੇਰੇ ਕੋਲੋਂ ਵੀ ਪਹਿਲੀ ਵਾਰੀ ਵਿੱਚ ਨਹੀਂ ਹੁੰਦੇ ਸੀਗੇ। ਤੇ ਜੇ ਇਹ ਸਵਾਲ ਨਹੀਂ ਵੀ ਹੋ ਰਹੇ ਨੇ ਤੁਹਾਡੇ ਤੋਂ ਹਲੇ, ਘਬਰਾਉਣ ਦੀ ਲੋੜ ਨਹੀਂ ਹੈ, ਪਰ ਉਹ ਕਨਸੈਪਟ ਨੂੰ ਸਮਝਣ ਦੀ ਲੋੜ ਹੈ। ਉਹ ਕਨਸੈਪਟ ਨੂੰ ਸਮਝ ਕੇ ਫਿਰ ਤੋਂ ਉਹਨੂੰ मतलब ਤੁਸੀਂ ਟਰਾਈ ਕਰ ਸਕਦੇ ਹੋ। ਤੇ ਆਪਾਂ ਸ਼ੁਰੂ ਕਰਦੇ ਹਾਂ। ਆਪਾਂ ਉਹੀ ਕਰਾਂਗੇ, i ਨੂੰ 0 ਇਨੀਸ਼ੀਅਲਾਈਜ਼ ਕਰ ਦਾਂਗੇ। ਠੀਕ ਹੈ, ਫਿਰ ਆਪਾਂ ਫॉर ਲੂਪ ਆਪਣਾ ਇਸ ਤਰੀਕੇ ਨਾਲ ਲਿਖਣਾ ਹੈ ਕਿ फॉर इंट n ਕੋਲਨ ਨਮਸ, मतलब ਸਾਰੇ ਐਲੀਮੈਂਟਸ ਤੇ ਆਈਟਰੇਟ ਕਰਨਾ ਹੈ। ਠੀਕ ਹੈ, ਹੁਣ ਆਪਾਂ ਨੂੰ ਇਫ ਕੰਡੀਸ਼ਨ ਇਹੋ ਜਿਹੀ ਲਿਖਣੀ ਹੈ ਕਿ ਜਿਹਦੇ ਨਾਲ ਆਪਾਂ ਹਮੇਸ਼ਾ ਉਹ ਨੰਬਰ ਨਮਸ ਆਫ i प्लस प्लस इक्वल टू n कंडीशन लिख सकी है ना। अपना एंड गोल तो वही है। तो जे तो i 0 है ना, पहले एलिमेंट में लिखना ही है, इदा ही दूजे एलिमेंट में भी लिखना ही है, क्योंकि एक एलिमेंट 2 बारी आ सकता है। तो यहाँ तो i 0 है या i 1 है, तो भी उन्हें लिखना है। या फिर जिमें उत्थे नम्स ऑफ i -1 सीगा, इत्थे नम्स ऑफ i -2 हो जाएगा। ठीक है, नॉट इक्वल टू n, बस यही इफ कंडीशन है। उस तो बाद नम्स ऑफ i प्लस प्लस इज इक्वल टू n, इफ कंडीशन आप ब्रैकेट लाया ही नहीं है तो फॉर लूप का ब्रैकेट हो गया और इतने रिटर्न i कर दिता। ठीक है, यही ਇਹਦਾ ਕੋਡ ਹੈਗਾ। ਇਹਨੂੰ ਆਪਾਂ ਕੋਡ ਚਲਾ ਕੇ ਵੀ ਵੇਖ ਲੈਂਦੇ ਆ ਇਹਦਾ ਫਟਾਫਟ। ਠੀਕ ਹੈ, ਤੇ ਕੋਡ ਜਿਵੇਂ ਮੈਂ ਕਿਹਾ ਆਪਾਂ ਸ਼ੁਰੂ ਕਰਦੇ ਹਾਂ। int i is equal to 0 और for की क्या सी int n कोलन nums, ते for each loop हो गया जेड़ा हर एक एलिमेंट का इटरेट करेगा। और फिर अपनी कंडीशन की सीगी इफ i is equal to 0 या i equal to 1 है, मतलब पहला एलिमेंट और दूजा एलिमेंट ए दोनों तो ए दोवे तो लिखने ही लिखने हैं। फिर नम्स ऑफ i -2 हो जाएगा इतने, है ना, नॉट इक्वल टू n। तो जे ए तिना कंडीशन विचों कोई एक भी ट्रू हैगी है तो आप की करना है, नम्स ऑफ i प्लस प्लस इज इक्वल टू n और रिटर्न i। इन्हों आप चला के वेख लेंगे। सही चल रहा है। ठीक है, तो ये 3 सवाल सीगे, पहला रिमूव एलिमेंट्स, फिर रिमूव डुप्लीकेट्स फ्रॉम सॉर्टेड एरे और रिमूव डुप्लीकेट्स फ्रॉम सॉर्टेड एरे 2। तो ये तिना का कोड ऑलमोस्ट सेम लॉजिक है लिखन का। एरे नू इन प्लेस आप मॉडिफाई कर रहे हैं। ठीक है, और आप शुरू कर रहे हैं i 0 तो, क्योंकि आप 0th एलिमेंट तो लिखना शुरू करना, 0th इंडेक्स तो लिखना शुरू करना है एरे दे विच। और फॉर लूप इदा का लिखा है कि सारे एलिमेंट्स का इटरेट करना है। और इफ कंडीशन ਇਹੋ ਜੀ ਹੈ ਜਿਹੜੀ ਡਿਸਾਈਡ ਕਰੇਗੀ ਕਦੋਂ ਆਪਾਂ ਉਸ ਐਲੀਮੈਂਟ ਨੂੰ मतलब उस इंडेक्स ਤੇ ਵੈਲਿਊ ਨੂੰ ਲਿਖਣਾ ਹੈ। ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੈ ਤੇ ਮੇਰੇ ਇਸ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਆਪਾਂ ਹੋਰ ਪ੍ਰੋਬਲਮ ਸੋਲਵਿੰਗ ਦੇ ਵੀਡੀਓਜ਼ ਵੇਖਾਂਗੇ। ਮੇਰੇ ਖਿਆਲ ਇਹ ਵਾਲੇ ਵੀਡੀਓ ਦੇ ਬਾਅਦ ਆਪਾਂ ਆਲਮੋਸਟ 9 ਜਾਂ 10 ਸਵਾਲ 150 ਵਿੱਚੋਂ ਕਰ ਚੁੱਕੇ ਹਾਂ। ਹੁਣ ਇੱਕ ਮੈਂ ਮਰਜ ਟੂ ਸੌਰਟਡ ਐਰੇਜ਼ ਕਰਾਵਾਂਗਾ, ਫਿਰ ਕੁਝ ਸਟ੍ਰਿੰਗ ਦੇ ਸਵਾਲ ਆਪਾਂ ਕਰਾਂਗੇ। उस तो बाद आप इंटरमीडिएट वाली प्रॉब्लम सॉल्विंग सीरीज चालू कर देंगे, प्लेलिस्ट चालू कर देंगे। थोड़ा वीडियो देखने लिए बहुत बहुत धन्यवाद।